ਇੰਡੀਆ ਦੇ ਵਿੱਚ ਜਿੱਦਾਂ ਮਰਜ਼ੀ ਪਾਸ ਕਰ ਲੈਂਦੇ ਸੀਗੇ, ਇੱਥੇ ਆ ਕੇ ਤਾਂ ਦੇਖਣਾ ਪੈਣਾ ਥੋੜ੍ਹਾ ਜਿਹਾ। ਉਹ ਜਨਾਬ ਬਾਅਦ 'ਚ ਫੋਨ ਕਰਿਓ ਜੀ, ਮੈਂ ਨਾ ਜੀ ਆਹ ਸੜਕ ਕ੍ਰਾਸ ਕਰ ਰਿਹਾ, ਮੈਂ ਇੱਥੇ ਹਰਿੰਡਨ ਤੇ ਫਾਲੋਅਰ ਦੇ ਉੱਤੇ ਹੈਗਾ ਜੀ ਫਰਿਜਨੋ। ਹਾਂ ਬਾਅਦ 'ਚ ਫੋਨ ਕਰਿਓ, ਮੈਂ ਤੁਹਾਨੂੰ ਕਰਦਾ ਫੋਨ ਜੀ। ਸੜਕ ਪਾਰ ਕਰਨੀ ਕਿਹੜਾ ਸੌਖੀ ਇੱਥੇ ਇੰਡੀਆ ਦੇ ਵਿੱਚ ਤਾਂ ਜਿੱਥੋਂ ਮਰਜ਼ੀ ਚੱਲ ਜਾਓ, ਨਾ ਚੱਲ ਜਾਓ ਪੁਲਿਸ ਵਾਲੇ। ਇੱਥੇ ਥੋੜ੍ਹਾ ਜਿਹਾ ਔਖਾ। ਮੈਂ ਹੁਣ ਜਨਾਬ ਨੂੰ ਫੋਨ ਕਰਨਾ, ਕਿਤੇ ਹੋਰ ਕੋਈ ਜ਼ਰੂਰੀ ਕੰਮ ਨਾ ਹੋਵੇ। ਜੈ ਹਿੰਦ ਜਨਾਬ, ਜੈ ਹਿੰਦ। ਪਹਿਲਾਂ ਰਹਿ ਗਈ ਸੀਗੀ ਜੀ। ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਫਰਿਜਨੋ ਅੱਜ ਜੀ। ਦੱਸੋ ਜੀ ਹੁਣ ਕੀ ਕੰਮ ਹੈ? ਇੱਥੇ ਫਰਿਜਨੋ ਜੀ ਆ। ਮੈਂ ਤਾਂ ਜਨਾਬ ਅੱਛਾ ਨਹੀਂ ਕਲੋਵਿਸ ਤੇ ਕਲੋਵਸ ਹੀ ਆ ਜਨਾਬ। ਇਹ ਫਰਿਜਨੋ ਕਲੋਵਸ ਇਕੱਠੇ ਹੀ ਆ, ਹਰਿੰਡਨ ਤੇ ਫਾਲੋਅਰ ਦਾ ਕਲੋਵਸ ਹੀ ਆ। ਕਲੋਵਸ ਹਾਂ ਜੀ, ਕਲੋਵਸ ਸੱਚ। ਤੇ ਇੱਥੇ ਰਹਿੰਦੀ ਤੁਹਾਡੀ ਸਾਲੀ। ਦੱਸੋ ਜੀ ਕੀ ਹੁਕਮ ਆ ਫਿਰ? ਫਰਨੀਚਰ ਮੰਗਾਉਣਾ ਉਹਨੇ ਜਾਂ ਕੋਈ ਚੀਜ਼ਾਂ ਪੂਜਾ ਮੰਗਾਉਣਾ? ਕੀ ਮੰਗਾਉਣਾ ਦੱਸੋ ਜੋ ਮੰਗਾਉਣਾ। ਅੱਛਾ ਦੰਦ ਦੁਖਦੇ ਉਹਦੇ। ਅੱਛਾ ਵਧੀਆ ਜੇ ਡਾਕਟਰ ਲੱਭਣਾ ਜੀ। ਡਾਕਟਰ ਕਿਹੜੇ ਜੀ? ਕਲੋਵਸ ਡੈਂਟਿਸਟਰੀ, ਫੈਮਿਲੀ ਡੈਸਟੈਂਸਰੀ। ਅੱਛਾ ਜੀ ਚਲੋ ਜੀ, ਉਹ ਅੰਗਰੇਜ਼ੀ ਥੋੜ੍ਹੀ ਜਿਹੀ ਇੱਦਾਂ ਹੀ ਆ। ਕਲੋਵਸ ਫੈਮਿਲੀ ਡੈਂਟਿਸਟਰੀ, ਠੀਕ ਹੈ ਜੀ। ਠੀਕ ਹੈ ਜਨਾਬ, ਮੈਂ ਲੱਭਦਾ ਜੀ। ਓਕੇ ਆ ਵੀ ਬਿਕਰ ਬਾਦਸ਼ਾਹ ਲੱਭਣਾ ਪੈਣਾ ਹੁਣ। ਕਲੋਵਸ ਫੈਮਿਲੀ ਡੈਂਟਿਸਟਰੀ। ਆਪਾਂ ਦੱਸੋ ਐਵੇਂ ਦਿਮਾਗ ਖਰਚੀ ਜਾਂਦੇ। ਸਮਤਾ ਭਾਬੀ ਕਾਹਦੇ ਵਾਸਤੇ ਰੱਖੀ ਹੈ? ਜਿਹੜੀ ਦੱਸੇਗੀ ਜਹਾਂ ਸੇ ਦਾएं ਮੁੜੋ, ਖਾएं बाएं ਮੁੜੋ, ਕੀਪ ਲੈਫਟ, ਟਰਨ ਰਾਈਟ, ਉਹ ਸਮਤਾ ਭਾਬੀ ਨੂੰ ਪਾਉਣੇ ਆ। ਇਹ ਹੈਗਾ ਜੀ ਸਮਤਾ ਭਾਬੀ ਜੀ। ਤੁਸੀਂ ਐਡਰੈਸ ਪਾਓ ਜੀ ਇਹਦੇ 'ਚ। ਇੱਕ ਮਿੰਟ ਮੈਂ ਤੁਹਾਨੂੰ ਐਡਰੈਸ ਦੇਖ ਕੇ ਦੱਸਦਾ ਜੀ। ਸਮਤਾ ਭਾਬੀ ਜੀ ਐਡਰੈਸ ਪਾਓ ਜੀ ਇਹ 'ਚ 1795 ਹਰਿੰਡਨ ਐਵੀਨਿਊ, ਕਲੋਵਿਸ। ਐ ਚੰਗੀ ਆਊ ਸਮਤਾ ਭਾਬੀ, ਜਲਦੀ ਪਹੁੰਚਾ ਦਿੰਦੀ ਹੈ, ਸਹੀ ਐਡਰੈਸ ਤੇ ਪਹੁੰਚਾ ਦਿੰਦੀ। ਪਰ ਕਈ ਵਾਰੀ ਇਹ ਵੀ ਉਲਝ ਜਾਂਦੀ, ਧਿਆਨ ਰੱਖਿਓ। ਬੌਂਦਲ ਜਾਂਦੀ ਇਹ ਵੀ, ਕਿਤੇ ਹੋਰ ਹੀ ਪਹੁੰਚਾ ਦਿੰਦੀ ਹੈ। ਲਾ ਓਏ ਬੱਕਰ ਸਿਆਂ, ਪਹੁੰਚ ਗਏ। ਲੈ ਲਿਆ ਕੰਮ ਕੇ ਲੈ ਲਿਆ ਬੱਕਰ ਸਿਆਂ, ਲੈ ਲਿਆ ਕੰਮ। ਫਿਕਰ ਨਾ ਕਰ ਤੂੰ, ਚੱਕ ਦੇ ਫਟੇ। ਦਿਸ ਇਜ਼ ਦਾ ਯੂਅਰ ਲੋਕੇਸ਼ਨ ਇਜ਼ ਔਨ ਰਾਈਟ ਸਾਈਡ। ਥੈਂਕ ਯੂ ਵੈਰੀ ਮਚ ਸਮਤਾ ਭਾਬੀ। ਹਾਂਜੀ ਜਨਾਬ ਮੈਂ ਪਹੁੰਚ ਗਿਆ ਜੀ ਕਲੋਵਸ ਫੈਮਿਲੀ ਡੈਂਟਿਸਟਰੀ 'ਚ। ਅਤੇ ਡਾਕਟਰ ਸਾਹਿਬ ਦਾ ਨਾਂ ਦੱਸ ਦਿਓ ਜਨਾਬ, ਐਂ ਹੁਣ ਚੰਗਾ ਲੱਗਦਾ। ਡਾਕਟਰ ਸਾਹਿਬ ਦਾ ਨਾਂ ਕੀ ਹੈ ਜੀ? ਸੁਰਦੀਪ ਸਿੰਘ। ਡਾਕਟਰ ਸੁਰਦੀਪ ਸਿੰਘ, ਬਹੁਤ ਸੋਹਣਾ ਨਾਂ ਜੀ। ਚਲੋ ਜੀ ਮੈਂ ਮਿਲਦਾ ਜੀ ਜਾ ਕੇ। ਥੈਂਕ ਯੂ। ਬੱਲੇ 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 ਡਾਕਟਰ ਸੁਰਦੀਪ ਸਿੰਘ, ਵਾਹ ਜੀ ਵਾਹ, ਰੌਣਕਾਂ ਲੱਗੀਆਂ ਪਈਆਂ ਪੂਰੀਆਂ। ਹੈਲੋ ਹਾਏ। ਉਹ ਬੱਲੇ ਬੱਲੇ ਬੱਲੇ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਜੀ ਅੰਗਰੇਜ਼ੀ ਇਕੱਠੀ ਕਰੀ ਜਾਂਦਾ ਸੀ ਜੀ, ਅੰਦਰ ਗੱਲ ਕਰਨੀ ਪੈਣੀ, ਪੰਜਾਬੀ ਵੀ ਆਏ ਆ। ਅੱਜ ਇੱਥੇ ਕੋਈ ਪਾਰਟੀ ਪੂਟੀ ਹੈ? ਹਾਂਜੀ ਪਾਰਟੀ ਹੈ ਕੋਈ ਇੱਥੇ? ਨਹੀਂ ਪਤਾ ਨਹੀਂ ਕਾਹਦੀ ਪਾਰਟੀ ਹੈ, ਮੈਂ ਤਾਂ ਸੱਦਿਆ ਸੀ ਮੁੰਡੇ ਨੇ। ਅੱਛਾ ਜੀ ਡਾਕਟਰ ਸਾਹਿਬ ਨੇ ਸੱਦਿਆ ਹੋਣਾ। ਆ ਚਲੋ ਕੋਈ ਨਹੀਂ, ਆਪਾਂ ਪੁਲਿਸ ਵਾਲੇ ਪੁੱਛ ਲੈਣੇ, ਉਹਨਾਂ ਨੂੰ ਪੁੱਛਣੇ ਜਾ ਕੇ। ਉਹ ਮੈਂ ਕਹਿੰਦਾ ਜੀ ਉਹਨਾਂ ਨੇ ਪਿਆਰ ਨੇ ਦੱਸ ਦੇਣਾ ਸਭ ਕੁਝ। ਥੈਂਕ ਯੂ ਤੁਹਾਡਾ। ਤੇ ਹੁਣ ਇੱਧਰ ਹੀ ਪਤਾ ਕਰਦੇ ਕਿਤੇ। ਤਾਂ ਵੀ ਬਿਕਰ ਸਾਹਿਬ ਪਾਰਟੀ ਵੀ ਚੰਗੀ ਲੱਗਦੀ ਹੈ, ਸੋਹਣੀ ਰੌਣਕ ਲੱਗੀ ਹੈ। ਤੇ ਐਕਚੁਅਲੀ ਜੀ ਮੇਰੀ ਅੰਗਰੇਜ਼ੀ ਜਾਨੀ ਕਿ ਮਾਈ ਇੰਗਲਿਸ਼ ਇਜ ਜਾਨੀ ਕਿ ਟੁੱਟੀ ਭੱਜੀ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ, ਵੀ ਨਾਟ ਗੁੱਡ। ਹਾਂ ਹੈਲੋ ਜੀ, ਯੈਸ ਮਾਈ ਨੇਮ ਇਜ ਬਿਕਰ ਬਾਦਸ਼ਾਹ ਐਂਡ ਇੰਗਲਿਸ਼ ਇਜ਼। ਰੁਕੋ ਇੰਨੀ ਇੰਗਲਿਸ਼ ਸਾਰੀ ਮੁੱਕ ਜਾਣੀ ਆ, ਤੁਸੀਂ ਮੇਰਾ ਪੰਜਾਬੀ 'ਚ ਗੱਲ ਕਰ ਲਓ। ਸ਼ੁਕਰ ਹੈ। ਬਹੁਤ ਔਖਾ ਸੀ, ਐਂ ਜਿਵੇਂ ਅਫਾਰਾ ਹੋਇਆ ਹੁੰਦਾ ਨਾ ਜੀ, ਐਂ ਹੋਇਆ ਪਿਆ ਸੀ ਮੈਨੂੰ। ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਅਕਸ਼ਪ੍ਰੀਤ ਕੌਰ ਆ। ਅਕਸ਼ਪ੍ਰੀਤ ਜੀ ਅੱਜ ਪਾਰਟੀ ਕਾਹਦੀ ਇੱਥੇ? ਓਕੇ ਸੋ ਅੱਜ ਸਾਡੀ ਪਹਿਲੀ ਸਾਲਗਿਰਾ ਹੈ ਆਫਿਸ ਦੀ। ਸੋ ਡਾਕਟਰ ਸਿੰਘ ਲਈ ਅਸੀਂ ਸਾਰਿਆਂ ਨੇ ਇੱਥੇ ਟੀਮ ਵਰਕ ਕਰਕੇ ਪਾਰਟੀ ਆਰਗੇਨਾਈਜ਼ ਕੀਤੀ ਆ। ਮਾੜਾ ਦੱਸਿਓ। ਹਾਂਜੀ ਡਾਕਟਰ ਸਾਹਿਬ ਦਾ ਸੁਭਾਅ ਠੀਕ ਹੈ? ਗੁੱਸੇ ਗਾਸੇ ਵਾਲੇ ਤਾਂ ਨਹੀਂ ਹੈਗੇ? ਨਹੀਂ ਬਿਲਕੁਲ ਵੀ ਨਹੀਂ। ਤੇ ਮਤਲਬ ਵਧੀਆ ਡਾਕਟਰ ਸਾਹਿਬ? ਡਾਕਟਰ ਸਾਹਿਬ ਬਹੁਤ ਵਧੀਆ ਨੇ, ਬਹੁਤ ਵਧੀਆ ਸੁਭਾਅ ਡਾਕਟਰ ਸਾਹਿਬ ਦਾ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਸੁਭਾਅ ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਤੇ ਮੈਂ ਜਾ ਸਕਦਾ ਜੀ? ਉਹ ਅਪਾਇੰਟਮੈਂਟ ਦਾ ਪੰਗਾ ਜਿਹਾ ਪਾਉਂਦੇ ਸੀ, ਕਹਿੰਦੇ ਅਪਾਇੰਟਮੈਂਟ। ਹਾਂਜੀ ਪੰਜਾਬ ਪੁਲਿਸ ਅਪਾਇੰਟਮੈਂਟ। ਹਾਂਜੀ ਇਹੀ ਲੱਗਦਾ ਜੀ ਆਫਿਸ। ਹੈਲੋ
ਸਰ ਡਾਕਟਰ ਸੁਰਦੀਪ ਸਿੰਘ ਜੀ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਜੀ। ਮੈਂ ਦੇਖਿਆ ਜੀ ਪਾਰਟੀ ਵੀ ਹੈਗੀ, ਪਹਿਲਾਂ ਤਾਂ ਵਧਾਈਆਂ ਮੈਨੂੰ ਬਾਹਰ ਦੱਸਿਆ, ਉਹ ਕਹਿੰਦੇ ਵੀ ਅੱਜ 1 ਸਾਲ ਹੋ ਗਿਆ ਇਹ ਤੁਹਾਡੇ ਤੋਂ। ਮੈਂ ਕਿਹਾ ਜੀ ਖੁਸ਼ੀ ਇਹ ਹੋ ਗਈ, ਇੱਕ ਤਾਂ ਚਲੋ ਨਾਲੇ ਤਾਂ ਚਲੋ ਕੰਮ ਸੀ ਥੋੜਾ ਜਿਹਾ, ਤੇ ਨਾਲੇ ਫਿਰ ਪਾਰਟੀ 'ਚ ਵੀ ਅਟੈਂਡ ਕਰ ਲਈ ਜੀ। ਤੇ ਮੈਂ ਕੁਰਸੀ ਲੈ ਲਾਂ ਜੀ? ਹਾਂਜੀ ਹਾਂਜੀ, ਥੋੜੇ ਜਿਹੇ ਜੀ। ਉਹ ਫਿਰ ਆ ਵੀ ਪੰਜਾਬ ਪੁਲਿਸ ਨੂੰ ਆਦਤ ਹੈਗੀ ਹੈ, ਕੁਰਸੀ ਕਰਸੀ ਤਾਂ ਕਿੱਥੇ ਮਿਲਦੀ ਹੈ ਪੰਜਾਬ 'ਚ, ਲੀਡਰ ਕੁਰਸੀਆਂ ਦਿੰਦੇ ਨਹੀਂ ਪੰਜਾਬ। ਨਹੀਂ ਕੋਈ ਗੱਲ ਨਹੀਂ ਜੀ। ਅੱਛਾ ਡਾਕਟਰ ਸਾਹਿਬ, ਗੱਲ ਹੈਗੀ ਇਹਦਾ ਗੱਲ ਆ, ਮੇਰਾ ਹੈਗਾ ਬੌਸ ਜਨਾਬ ਜਿਹੜਾ SHO ਸਾਹਿਬ ਇੰਡੀਆ ਪੰਜਾਬ 'ਚ ਜੌਬ ਕਰਦਾ, ਉਹਦੇ ਰਿਸ਼ਤੇਦਾਰ ਇੱਥੇ ਬਹੁਤ ਹੈ। ਉਹਦੀ ਸਾਲੀ ਆ ਇੱਥੇ ਰਹਿੰਦੀ ਕਲੋਵਸ ਦੇ ਵਿੱਚ, ਤੇ ਉਹਨੇ ਮੈਨੂੰ ਡਿਊਟੀ ਲਾਈ ਆ ਕਿ ਡਾਕਟਰ ਸਾਹਿਬ ਤੁਹਾਡਾ ਸੁਣਿਆ ਉਹਨਾਂ ਨੇ ਜੀ, ਤੁਹਾਡਾ ਐਡਰੈਸ ਉਹਨਾਂ ਨੇ ਦਿੱਤਾ। ਅੱਛਾ ਜੀ। ਨਾ ਉਹਨਾਂ ਨੇ ਦੱਸਿਆ ਵੀ ਉੱਥੇ ਜਾ, ਤੂੰ ਨਾ ਕੋਈ ਉਹਦੀ ਅਪੁਆਇੰਟਮੈਂਟ ਲੈਣੀ ਹੈ। ਉਹ ਤੋਂ ਦੰਦਾਂ ਨੂੰ ਜਿੰਦਾ ਜਾਂ ਨਹੀਂ ਲਾਉਂਦੇ ਹੁੰਦੇ ਜਿਹੜਾ, ਹਾਂਜੀ, ਉਹ ਲਾਇਆ ਹੁੰਦਾ ਕੁੜੀਆਂ ਦੇਖਿਆ, ਹਾਂਜੀ ਹਾਂਜੀ, ਉਹ ਇੱਦਾਂ ਤਾਰਾਂ ਜਿਹੀਆਂ ਪਾ ਕੇ, ਤੇ ਉਹ ਜਿੰਦਾ ਜਿਹਾ ਲਵਾਉਣਾ ਉਹਨਾਂ ਨੇ, ਤੇ ਉਹਨਾਂ ਨੂੰ ਉਹਨਾਂ ਦੀ ਅਪੁਆਇੰਟਮੈਂਟ ਚਾਹੀਦੀ। ਕੋਈ ਗੱਲ ਨਹੀਂ ਜੀ, ਆਪਾਂ ਜਿੱਦਾਂ ਵੀ ਉਹਨਾਂ ਨੂੰ ਜ਼ਰੂਰਤ ਹੋਏਗੀ ਆਪਾਂ ਹਰ ਤਰ੍ਹਾਂ ਦਾ ਟ੍ਰੀਟਮੈਂਟ ਇੱਥੇ ਪ੍ਰੋਵਾਈਡ ਕਰਦੇ ਹਾਂ। ਤੇ ਕਾਹਤੋਂ ਲਾਉਂਦੇ ਜੀ ਉਹ ਜਿੰਦਾ ਜਿਹੜਾ ਦੰਦਾਂ ਨੂੰ ਲਾਉਂਦੇ ਜੀ? ਜਦੋਂ ਕਿਤੇ ਦੰਦ ਆਪਣੇ ਵਿੰਗੇ ਟੇਢੇ ਹੋ ਜਾਂਦੇ ਆ, ਜਾਂ ਉਹਨਾਂ ਦੀ ਬਾਈਟ ਪ੍ਰੋਪਰ ਨਹੀਂ ਹੁੰਦੀ, ਜਿੱਦਾਂ ਅੱਜ ਕੱਲ੍ਹ ਬੜਾ ਟਰੈਂਡ ਹੈਗਾ ਕਿ ਸਮਾਈਲ ਬੜੀ ਵਧੀਆ ਹੋਣੀ ਚਾਹੀਦੀ ਹੈ, ਜੋ ਕਿ ਇੱਕ ਐਵਰੀਬਡੀ ਡਿਜ਼ਰਵਸ ਅ ਗੁੱਡ ਸਮਾਈਲ। ਤੇ ਔਰ ਦੂਜਾ ਹੈ ਕਿ ਸਿਰਫ ਸਮਾਈਲ ਹੀ ਨਹੀਂ, ਆਪਾਂ ਉਹਦੇ ਨਾਲ ਆਪਣੀ ਬਾਈਟ ਦਾ ਫੰਕਸ਼ਨ ਵੀ ਬੜਾ ਇੰਪਰੂਵ ਕਰਦੇ ਹਾਂ। ਅੱਛਾ ਜੀ। ਤੇ ਉਹ ਚੀਜ਼ ਦੇ ਨਾਲ ਇੱਕ ਟ੍ਰੀਟਮੈਂਟ ਜਿਹੜਾ 1 ਤੋਂ 1.5 ਸਾਲ ਤੱਕ ਚੱਲਦਾ, ਪਰ ਉਸ ਤੋਂ ਬਾਅਦ ਜੋ ਉਹਦੇ ਰਿਜ਼ਲਟਸ ਆਉਂਦੇ ਆ, ਜੋ ਆਪਾਂ ਉਹਦੀ ਆਊਟਕਮ ਦੇਖਦੇ ਹਾਂ, ਇਟ ਚੇਂਜਸ ਦਾ ਲਾਈਫ। Not only the smile, but even the bite, the way they will be eating the food, living the life, it totally change ਹੋ ਜਾਏਗਾ। ਹਾਂਜੀ, ਮਤਲਬ ਥੋੜਾ ਬਹੁਤ ਉਹ ਜਿੰਦੇ ਜਿਹਦਾ ਕੰਮ ਪੁਲਿਸ ਨਾਲ ਮਿਲਦਾ ਜੁਲਦਾ, ਜਿਵੇਂ ਪੁਲਿਸ ਵੀ ਵਿੰਗੇ ਟੇਢੇ ਬੰਦੇ ਹੁੰਦੇ ਉਹਨਾਂ ਨੂੰ ਸਿੱਧੇ ਕਰਦੀ ਆ, ਉਹ ਵਿੰਗੇ ਟੇਢੇ ਦੰਦ ਵੀ ਸਿੱਧੇ ਕਰਦੀ ਹੈ ਜੀ। ਪੁਲਿਸ ਦਾ ਜਿੰਦਾ ਕੋਈ ਸ਼ੋਰ ਟਾਈਪ ਦਾ ਹੁੰਦਾ ਜੀ, ਸਾਡਾ ਕੋਈ ਸ਼ੋਰ ਟਾਈਪ ਦਾ। ਹਾਂ ਨਹੀਂ, ਤੁਹਾਡਾ ਤਾਂ ਜੀ ਬਹੁਤ ਰਿਸਪੈਕਟ, ਬਹੁਤ ਤੁਹਾਡੀ। ਮੈਂ ਤਾਂ ਜਿਹਨੂੰ ਵੀ ਪੁੱਛਿਆ ਜੀ, ਉਹ ਕਹਿੰਦੇ ਜੀ ਆਹ ਬਾਹਰ ਬਹੁਤ ਪਾਰਟੀ ਦੇ ਵਿੱਚ ਲੋਕ ਸਾਰੇ ਬੜੇ ਖੁਸ਼ ਨੇ, ਕਹਿੰਦੇ ਡਾਕਟਰ ਸਾਹਿਬ ਵਰਗੇ ਤਾਂ ਉਹੀ ਨਹੀਂ ਕੋਈ। ਤੇ ਡਾਕਟਰ ਸਾਹਿਬ ਇਹ ਮੈਨੂੰ ਮੈਂ ਥੋੜ੍ਹਾ ਜਿਹਾ, ਚਲੋ ਹੁਣ ਆਈ ਆ ਤਾਂ ਤੁਹਾਡੇ ਕੋਲ ਟਾਈਮ ਹੈਗਾ, ਤੇ ਮੈਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਲੈ ਲਵਾਂ ਤੁਹਾਡੇ ਬਾਰੇ। ਤੇ ਇਹ ਜਿਹੜੀ ਤੇ ਤੁਹਾਡੀ ਜਿਵੇਂ ਇੱਧਰ ਅਸੀਂ ਦੇਖਦੇ ਹਾਂ ਜੀ, ਉਹ ਸਟੱਡੀ ਜਿਹੜੀ ਹੈ ਫਿਰ ਇੱਥੇ ਆ ਕੇ ਕਰਨੀ ਪਈ ਜਾਂ ਇੰਡੀਆ ਕੀਤੀ ਤੁਸੀਂ? ਦੇਖੋ ਜੀ, ਪਹਿਲੀ ਗ੍ਰੈਜੂਏਸ਼ਨ ਜਿਹੜੀ ਮੇਰੀ ਡੈਂਟਿਸਟਰੀ ਦੀ ਸੀ ਉਹ ਇੰਡੀਆ ਤੋਂ ਸੀ। ਮੈਂ ਵੈਸੇ ਪੰਜਾਬ ਜਲੰਧਰ ਤੋਂ ਰਹਿਣ ਵਾਲਾ ਹਾਂ, ਤੇ ਮੇਰੀ ਜਿਹੜੀ ਡੈਂਟਿਸਟਰੀ ਡਿਗਰੀ ਆ ਉਹ ਮੈਂ ਫਿਰੋਜ਼ਪੁਰ ਤੋਂ ਕੀਤੀ ਆ। ਬਹੁਤ ਹੀ ਵਧੀਆ ਡੈਂਟਲ ਕਾਲਜ ਹੈਗਾ ਉੱਥੇ। ਉੱਥੋਂ ਗ੍ਰੈਜੂਏਟ ਹੋਣ ਤੋਂ ਬਾਅਦ ਇੱਥੇ ਮੈਂ 2012 ਦੇ ਵਿੱਚ ਆਇਆ। ਇੱਥੇ ਆ ਕੇ ਵੀ ਇੱਥੇ ਦੀ ਗਵਰਨਮੈਂਟ ਜਿਹੜੀ ਆ ਉਹ ਸਾਡੀ ਸਟੱਡੀ ਨੂੰ ਰੈਕਗਨਾਈਜੇਸ਼ਨ ਤਾਂ ਦਿੰਦੀ ਆ, ਪਰ ਪੂਰੀ ਤਰ੍ਹਾਂ ਨਹੀਂ ਦਿੰਦੀ। ਉਹ ਤੁਹਾਨੂੰ ਕਹਿੰਦੀ ਹੈ 2 ਸਾਲ ਹੋਰ ਸਟੱਡੀ ਕਰੋ ਸਾਡੇ ਸਿਸਟਮ ਦੇ ਅੰਡਰ, 2 ਸਾਲ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਦਾ ਪਰਮਿਟ ਦਿੰਦੇ ਆ। ਸੋ ਪਹਿਲਾਂ ਤਾਂ ਸਾਨੂੰ ਫੀਲ ਹੁੰਦਾ ਸੀ ਕਿ ਉਹ ਸਟੱਡੀ ਸ਼ਾਇਦ ਸਾਡਾ ਵੇਸਟਿੰਗ ਆਫ ਟਾਈਮ ਹੋਵੇ, ਪਰ ਜਦੋਂ ਅਸੀਂ ਉਹ ਸਟੱਡੀ ਨੂੰ ਕਰਨ ਵਾਸਤੇ ਯੂਨੀਵਰਸਿਟੀਜ਼ ਦੇ ਵਿੱਚ ਇੱਥੇ ਗਏ ਜਾਂ ਆਪਾਂ ਦੇਖਦੇ ਹਾਂ ਜੋ ਇੱਥੇ ਦਾ ਸਿਸਟਮ ਆ, ਐਜੂਕੇਸ਼ਨ ਸਿਸਟਮ ਇੱਥੇ ਦਾ ਬਹੁਤ ਅੱਛਾ ਆ। ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੇਨ ਕਰਦੇ ਆ। ਤੁਸੀਂ what they need to see ਕਿ ਤੁਸੀਂ ਕੈਪੇਬਲ ਹੋ, they just want to level you up according to the US system, ਤੇ which is I think very very much needed। ਤੇ ਉਸ ਤੋਂ ਬਾਅਦ ਜਦੋਂ ਅਸੀਂ ਗ੍ਰੈਜੂਏਟ ਹੋਣ ਤੋਂ 2 ਸਾਲ ਦੀ ਸਟੱਡੀ ਤੋਂ ਬਾਅਦ ਅਸੀਂ ਆਪਣਾ ਲਾਇਸੈਂਸ ਲੈ ਸਕਦੇ ਹਾਂ। ਉਸ ਤੋਂ ਬਾਅਦ you can work, and that's exactly I did। ਇੱਥੇ ਆਉਣ ਤੋਂ ਬਾਅਦ ਮੈਨੂੰ 2 ਸਾਲ ਦੀ ਹੋਰ ਐਜੂਕੇਸ਼ਨ ਲੈਣੀ ਪਈ। ਉਹ ਐਜੂਕੇਸ਼ਨ ਲੈਣ ਤੋਂ ਬਾਅਦ ਫਿਰ ਮੈਂ ਇੱਥੇ ਆਪਣਾ ਕੰਮ ਸਟਾਰਟ ਕੀਤਾ। ਅੱਛਾ ਡਾਕਟਰ ਸਾਹਿਬ, ਇਹ ਤੁਸੀਂ ਜਿਹੜਾ ਪੇਸ਼ਾ ਇਹ ਡੈਂਟਿਸਟ ਦਾ ਹੈਗਾ, ਇਹੀ ਕਿਉਂ ਚੁਣਿਆ? ਕਿਤੇ ਕਾਲਜ ਟਾਈਮ ਤਾਂ ਨਹੀਂ ਸੀ ਦੰਦ ਕੱਢਣ ਦੀ ਆਦਤ? ਕਿਤੇ ਕਾਲਜ ਦੇ ਟਾਈਮ ਵੀ ਕਿਸੇ ਦੰਦ ਕੱਢੇ ਹੋਣ, ਫਿਰ ਸੋਚਿਆ ਵੀ ਆਪਾਂ ਦੰਦ ਕੱਢਣ ਦੇ ਕੰਮ ਕਰਦੇ ਹਾਂ? ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ। ਤੇ ਬੜੀ ਇੱਕ ਇਹ ਰਿਸਪੈਕਟੇਬਲ ਜਿਹੜੀ ਜਰਨੀ ਆ ਈਵਨ ਫਰੋਮ ਇੰਡੀਆ। ਮੈਂ ਬਹੁਤ ਲੱਕੀ ਹਾਂ ਕਿ ਮੇਰੇ ਜੋ ਫਾਦਰ ਆ ਉਹਨਾਂ ਨੇ ਮੈਨੂੰ ਐਜੂਕੇਸ਼ਨ ਦਿੱਤੀ ਇੱਥੇ ਤੱਕ ਪਹੁੰਚਾਉਣ ਦੇ ਵਿੱਚ। ਉਹਨਾਂ ਦਾ ਬਹੁਤ ਬਹੁਤ ਬੜਾ ਹੱਥ ਆ। ਤੇ ਉਹਨਾਂ ਦਾ ਇੱਕ ਡ੍ਰੀਮ ਸੀ, ਉਹਨਾਂ ਦਾ ਇੱਕ ਮੇਰੇ ਵਾਸਤੇ ਐਫਰਟ ਸੀ ਕਿ ਮੈਂ ਐਜੂਕੇਸ਼ਨ ਲੈ ਕੇ ਅੱਗੇ, ਜੇ ਮੇਰਾ ਮਨ ਸੀ ਸ਼ੁਰੂ ਤੋਂ ਹੀ, ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਬਾਹਰਲੀ ਕੰਟਰੀ ਜਾ ਕੇ ਸੈਟਲ ਹੋਣਾ। ਉਹਨਾਂ ਨੇ ਮੈਨੂੰ ਕਿਹਾ ਤੂੰ ਜ਼ਰੂਰ ਜਾ, ਮੈਂ ਤੈਨੂੰ ਸਪੋਰਟ ਕਰੂੰਗਾ, ਪਰ ਐਜੂਕੇਸ਼ਨ ਲੈਣ ਤੋਂ ਬਾਅਦ ਜਾ, ਕਿਉਂਕਿ ਜੇ ਤੂੰ ਇੱਦਾਂ ਹੀ ਜਾਂਦਾ ਆ ਮੇ ਬੀ ਤੇਰੀ ਲਾਈਫ ਉਹ ਨਹੀਂ ਹੋਏਗੀ ਜੋ ਇੱਕ ਚੰਗੀ ਐਜੂਕੇਸ਼ਨ ਲੈਣ ਤੋਂ ਬਾਅਦ ਤੂੰ ਜਾ ਕੇ ਉੱਥੇ ਇੱਕ ਲਾਈਫ ਨੂੰ ਪਰਸਿਊ ਕਰ ਸਕਦਾ। ਸੋ ਜਦੋਂ ਆਫਟਰ +2 ਤੋਂ ਬਾਅਦ ਅਸੀਂ ਕਾਫੀ ਡਿਸਕਸ਼ਨ ਕੀਤੀ। ਸੋ ਵੀ ਫਿਗਰ ਆਊਟ ਕਿ ਡੈਂਟਿਸਟਰੀ ਵਿਲ ਬੀ ਅ ਬੈਸਟ ਚੋਇਸ। ਅਤੇ ਬਾਕੀ ਮੇਰੇ ਖੁਦ ਦੇ ਦੰਦ ਬੜੇ ਸ਼ੁਰੂ ਦੇ ਵਿੱਚ ਬੜੇ ਟੇਢੇ ਸੀਗੇ, ਜ਼ਿਆਦਾ ਉਹ ਬੜੀ ਸਪੇਸਿੰਗ ਹੁੰਦੀ ਸੀ। ਅਤੇ ਮੈਂ ਆਪਣਾ ਵੀ ਮੇਰਾ ਮੋਟੀਵੇਸ਼ਨ ਹੁੰਦੀ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦੇ ਦੰਦ ਇੱਦਾਂ ਦੇ ਰਹਿਣ। ਅਤੇ ਇਟ ਹੈਲਪ ਸੋਹਣੇ ਦੰਦ ਆ ਜੀ। ਥੈਂਕ ਯੂ। ਨੇ ਹੁਣ ਟਰੀਟਮੈਂਟ ਕਰਨ ਤੋਂ ਬਾਅਦ ਹੋਏ ਆ ਜਿਹੜੇ ਤੁਸੀਂ ਜਿੰਦੇ ਦੀ ਗੱਲ ਕਰਦੇ ਹੋ, ਮੈਂ ਵੀ ਉਹ 1.5 ਸਾਲ ਲਵਾ ਕੇ ਰੱਖਿਆ ਜੀ।
ਤੇ ਡਾਕਟਰ ਸਾਹਿਬ ਤਾਂ ਇੱਥੇ ਅਸੀਂ ਕਲੋਵਸ ਫੈਮਿਲੀ ਡੈਂਟਿਸਟਰੀ ਜਿਹੜੀ ਹੈਗੀ ਇਹਦੇ ਚ ਕੀ ਸਰਵਿਸ ਹੈ? ਕਿ ਮੈਨੂੰ ਪਤਾ ਲੱਗਿਆ ਸੀ ਬਹੁਤ ਘੱਟ ਡਾਕਟਰ ਕਰਦੇ ਨੇ ਰੂਟ ਕਨਾਲ ਵਗੈਰਾ ਜਿਹੜਾ, ਤੇ ਉਹ ਤੁਹਾਡੇ ਕੋਲ ਕਿਹੜੀਆਂ ਫੈਸਿਲਿਟੀਜ਼ ਹੈਗੀਆਂ ਇੱਥੇ? ਜੇ ਕਿਸੇ ਕੋਈ ਬਾਹਰੋਂ ਵੀ ਇਕੱਲਾ ਇੱਥੋਂ ਨਹੀਂ ਕਿਤੋਂ ਹੋਰ ਕੋਈ ਆਉਂਦੇ ਕਿਸੇ ਸਟੇਟ ਚੋਂ ਜਾਂ ਕਿਸੇ ਆਉਂਦੇ ਨੇ, ਤੇ ਕੀ ਫੈਸਿਲਿਟੀਜ਼ ਹੈਗੀਆਂ ਉਹਦੇ? ਅਸੀਂ ਡੈਫੀਨਿਟਲੀ ਤੁਹਾਨੂੰ ਉਹਦੇ ਬਾਰੇ ਮੈਂ ਇਨਫੋਰਮੇਸ਼ਨ ਦਊਂਗਾ ਜੀ। ਸਾਡੀ ਜਿਹੜੀ ਫੈਸਿਲਿਟੀ ਆ, ਵੀ ਆਰ ਵਨ ਆਫ ਦਾ ਵੈਰੀ ਫਿਊ ਡੈਂਟਲ ਪ੍ਰੈਕਟਿਸਿਸ ਇਨ ਦੀ ਸੈਂਟਰਲ ਕੈਲੀਫੋਰਨੀਆ ਜਿਹੜੇ ਕਿ ਫੁੱਲੀ ਇਕੁਇਪਡ ਹੈਗੇ ਆ ਬੜੀ ਹੀ ਮਾਡਰਨ ਟੈਕਨੋਲੋਜੀ ਦੇ ਨਾਲ। ਅਸੀਂ ਫੁੱਲੀ ਡਿਜੀਟਲ ਡੈਂਟਿਸਟਰੀ ਪਰਫਾਰਮ ਕਰਦੇ ਹਾਂ। ਸਾਡੇ ਕੋਲ ਇੰਟਰਾਓਰਲ ਸਕੈਨਰਸ, CT ਸਕੈਨ ਦੀਆਂ ਮਸ਼ੀਨਾਂ, ਸੇਮ ਡੇ ਰੂਟ ਕਨਾਲ, ਸੇਮ ਡੇ ਕਰਾਊਨ, ਸਾਡੇ ਕੋਲ ਮਿਲਿੰਗ ਮਸ਼ੀਨਸ ਹੈਗੀਆਂ ਜਿਨ੍ਹਾਂ ਦੇ ਕਰਕੇ ਅਸੀਂ ਜਿਹੜੇ ਕਰਾਊਨਸ ਲੱਗਦੇ ਆ ਰੂਟ ਕਨਾਲ ਤੋਂ ਬਾਅਦ ਅਸੀਂ 1 ਘੰਟੇ ਦੇ ਵਿੱਚ ਤਿਆਰ ਕਰਕੇ ਸੀਮੈਂਟ ਕਰ ਸਕਦੇ ਹਾਂ। ਵੀ ਆਰ ਕੈਪੇਬਲ ਆਫ ਦੈਟ ਐਂਡ ਵੀ ਆਰ ਵਨ ਆਫ ਦਾ ਵੈਰੀ ਫਿਊ ਸੈਂਟਰਸ ਜਿੱਥੇ ਅਸੀਂ ਬਿਲਕੁਲ ਜਿਹੜੇ ਆਪਣੇ ਪੇਸ਼ੈਂਟਸ ਆਉਂਦੇ ਜਿਨ੍ਹਾਂ ਦੇ ਬਿਲਕੁਲ ਦੰਦ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਇੰਪਲਾਂਟਸ ਦੇ ਨਾਲ ਫੁੱਲੀ ਪਰਮਾਨੈਂਟ ਜਿਹੜੇ ਟੀਥ ਆ ਉਹ 1 ਦਿਨ ਦੇ ਵਿੱਚ ਹੀ ਲਗਾ ਕੇ ਦਿੰਦੇ ਆ। ਸੋ ਉਹ ਸਾਡੇ ਕੋਲ ਆਉਂਦੇ ਆ ਬਿਨਾਂ ਦੰਦਾਂ ਤੋਂ, ਤੇ ਜਦੋਂ ਜਾਂਦੇ ਆ ਤਾਂ ਉਹਨਾਂ ਦੇ ਕੋਲ ਪੂਰੇ ਦੰਦ ਜਿਹੜੇ ਆ ਪਰਮਾਨੈਂਟ ਦੰਦ ਲੱਗੇ ਹੁੰਦੇ ਆ ਜਿਹੜੇ ਕਿ ਨਾ ਉਹਨਾਂ ਨੇ ਉਤਾਰਨੇ ਆ ਨਾ ਉਹਨਾਂ ਨੇ ਉਹ ਕਦੇ ਖਰਾਬ ਹੋਣੇ ਆ। ਅੱਛਾ, ਪਰਮਾਨੈਂਟ ਵੀ ਇੱਕ ਇੰਨਾ ਕੀ ਪ੍ਰੋਸੀਜਰ ਹੈ ਜੀ 1 ਦਿਨ ਦਾ? ਜਿਹੜੇ ਪਰਮਾਨੈਂਟ ਲਾਉਂਦੇ ਦੰਦ ਉਹਨਾਂ ਦਾ ਵੀ ਇੰਨਾ ਹੀ 1 ਦਿਨ ਦਾ ਤੁਸੀਂ ਕਹਿ ਰਹੇ ਹੋ? ਹਾਂਜੀ, ਉਹਦੇ ਵਿੱਚ ਇੱਦਾਂ ਆ ਕਿ ਜਿਹੜਾ ਸਰਜਰੀ ਡੇ ਹੁੰਦਾ ਆ ਉਹ 1 ਦਿਨ ਦਾ ਹੀ ਪ੍ਰੋਸੀਜਰ ਹੁੰਦਾ ਆ। ਅਸੀਂ ਉਸ ਟ੍ਰੀਟਮੈਂਟ ਨੂੰ ਪਲਾਨ ਕਰਨਾ ਸ਼ੁਰੂ ਕਰ ਲੈਂਦੇ ਆ 3 ਤੋਂ 4 ਹਫ਼ਤੇ ਪਹਿਲਾਂ। ਪੇਸ਼ੈਂਟਸ ਦੇ ਸਾਰੇ ਰੈਕਡ ਸਟਾਰਟ ਕਰੀਦੇ ਆ ਕੈਪਚਰ ਕਰਨੇ, ਉਹਨਾਂ ਦੀਆਂ ਸਕੈਨਸ ਲਈਦੀਆਂ, ਉਹਨਾਂ ਦੇ ਇੰਪ੍ਰੈਸ਼ਨਸ ਲਈਦੇ ਆ। ਫਿਰ ਜਿਸ ਦਿਨ ਸਾਰਾ ਕੁਝ ਰੈਡੀ ਟੂ ਗੋ ਹੁੰਦਾ ਆ ਉਸ ਦਿਨ ਆਪਾਂ ਸਰਜਰੀ ਪਲਾਨ ਕਰਦੇ ਆ ਤੇ 5 ਤੋਂ 6 ਘੰਟੇ ਦਾ ਪ੍ਰੋਸੀਜਰ ਹੁੰਦਾ ਫਰੋਮ ਬਿਗਨਿੰਗ ਟੂ ਦੀ ਐਂਡ। ਤੇ ਪੇਸ਼ੈਂਟ ਅਪਰ ਐਂਡ ਲੋਅਰ ਆਰਚਸ ਜਿਹੜੀਆਂ ਫੁੱਲ ਇੰਪਲਾਂਟ ਸਪੋਰਟ ਕਰਕੇ ਤੇ ਉਹਨਾਂ ਦੇ ਪਰਮਾਨੈਂਟ ਟੀਥ ਫੁੱਲੀ ਉਹ ਬੜੇ ਹੈਪੀ ਹੋ ਕੇ ਜਾਂਦੇ ਆ ਜਾਣ ਤੋਂ ਬਾਅਦ। ਡਾਕਟਰ ਸਾਹਿਬ ਜੀ ਨੂੰ ਜਿਨ੍ਹਾਂ ਦੀ ਗਾਈਡੈਂਸ ਰਹੀ ਹੈ, ਉਹਨਾਂ ਦੇ ਫਾਦਰ ਸਾਹਿਬ ਸ਼ਿਵਚਰਨ ਜੀ, ਉਹਨਾਂ ਦੇ ਮੰਮੀ, ਤੇ ਡਾਕਟਰ ਸਾਹਿਬ ਦੀ ਬੇਟੀ ਡਾਕਟਰ ਸੁਰਦੀਪ ਦੀ ਸਾਡੇ ਨਾਲ ਨੇ। ਅੱਛਾ ਜੀ, ਇਹ ਡਾਕਟਰ ਸਾਹਿਬ ਦਾ ਰੁਝਾਨ ਜਿਹੜਾ ਇਹ ਇੱਧਰਲੇ ਪਾਸੇ ਸ਼ੁਰੂ ਤੋਂ ਹੀ ਸੀਗਾ ਜੀ ਡਾਕਟਰੀ ਪੇਸ਼ੇ ਵੱਲ? ਡਾਕਟਰ ਸਾਹਿਬ ਦਾ ਰੁਝਾਨ ਜਿਹੜਾ +2 ਤੋਂ ਜਦੋਂ +1 2 ਦੇ ਵਿੱਚ ਮੈਡੀਕਲ ਲਾਈਨ ਲਈ ਆ, ਬਸ ਉਸ ਤੋਂ ਬਾਅਦ ਫਿਰ ਰੁਝਾਨ ਇੱਧਰ ਨੂੰ ਬਣਦਾ ਗਿਆ ਜੀ। ਤੇ ਹੁਣ ਮੈਂ ਦੇਖ ਰਿਹਾ ਜੀ, ਸੁਣਿਆ ਸਾਰਿਆਂ ਕੋਲੋਂ ਵੀ ਇੱਥੇ ਜਿੱਥੇ ਵੀ ਗੱਲ ਕਰਦੇ ਆ ਬਹੁਤ ਰਿਸਪੈਕਟ ਹੈ ਔਰ ਬਹੁਤ ਵਧੀਆ ਉਹਨਾਂ ਦਾ ਕੰਮਕਾਰ ਜਿਹੜਾ ਉਹ ਕਰਨ ਦਾ ਤਰੀਕਾ ਹੈਗਾ। ਵੈਸੇ ਫਸਟ ਆਫ ਆਲ ਮੈਂ ਉਸ ਪਰਮਾਤਮਾ ਨੂੰ ਸ਼ੁਕਰਾਨਾ ਕਰਾਂਗਾ, ਉਹਦੀ ਮਿਹਰ ਕਹਾਂਗਾ। ਦੂਜਾ ਇਹ ਹੈ ਵੀ ਇਸ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਸੋ ਉਹਦੀ ਲਗਾਤਾਰ ਮੇਰਾ ਖਿਆਲ 15 ਕੁ ਸਾਲ ਤੋਂ ਇਸ ਮਿਹਨਤ ਦਾ ਹੀ ਸਿੱਟਾ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਇਸ ਪ੍ਰੋਫੈਸ਼ਨ ਦੇ ਵਿੱਚ ਨਾਂ ਆ, ਇਸ ਏਰੀਆ ਦੇ ਵਿੱਚ ਨਾਂ ਹੋਇਆ ਪਰਮਾਤਮਾ ਦੀ ਕਿਰਪਾ ਨਾਲ। ਇਸ ਸਾਲ ਜਿਹੜਾ ਉਹ ਫਰੈਜ਼ਨੋ ਬੀ ਦੁਆਰਾ ਜਿਹੜਾ ਸਰਵੇ ਹੋਇਆ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਉਹਦਾ ਆਫਿਸ ਜਿਹੜਾ ਉਹ ਬੈਸਟ ਡਿਕਲੇਅਰ ਹੋਇਆ। ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇੱਕ ਨਾ ਤੁਸੀਂ ਤੁਹਾਡੇ ਨਾਲ ਗੱਲ ਕਰਨੀ, ਮਾਣ ਹੁੰਦਾ ਜੀ ਹੁਣ ਪੁੱਤ ਤੇ ਵੀ ਦੇਖੋ ਪੂਰਾ ਉਹਨਾਂ ਦਾ ਨਾਮ ਹੈ, ਕੰਮ ਬਿਲਕੁਲ ਸੈਟਲ ਹੈ ਔਰ ਬਹੁਤ ਵਧੀਆ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਮਾਣ ਹੁੰਦਾ ਪੂਰਾ? ਹਾਂਜੀ ਹਾਂਜੀ, ਸਾਨੂੰ ਆਪਣੇ ਬੱਚੇ ਤੇ ਬਹੁਤ ਮਾਣ ਹੈ ਜੀ, ਅਸੀਂ ਬਹੁਤ ਖੁਸ਼ ਹਾਂ। ਹਾਂਜੀ, ਅਸੀਂ ਆਪਣੇ ਸਾਡੀ ਬਹੂ ਦਾ ਬਹੁਤ ਸਪੋਰਟ ਹੈ ਜੀ, ਸਭ ਤੋਂ ਜ਼ਿਆਦਾ ਸਪੋਰਟ ਉਹਨਾਂ ਦੇ ਫਾਦਰ ਦਾ ਔਰ ਬਹੂ ਸਾਡੀ ਬਹੂ ਦਾ ਹੀ ਆ ਵਿੱਚ। ਹਾਂਜੀ, ਬਹੂ ਸਾਡੀ ਡਾਟਰ ਇਨ ਲਾਅ ਦਾ ਬਹੁਤ ਬੜਾ ਸਪੋਰਟ ਹੈ ਜੀ, ਉਹਨਾਂ ਨੇ ਆਪਣੇ ਹਸਬੈਂਡ ਦਾ ਬਹੁਤ ਸਾਥ ਦਿੱਤਾ। ਹਾਂਜੀ, ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਨਹੀਂ ਤਾਂ ਪੰਜਾਬ ਦੀ ਗੱਲ ਕਰੀ ਤਾਂ ਨੂੰਹ ਸੱਸ ਦੀ ਬਣਦੀ ਨਹੀਂ ਆਪਸ ਦੇ ਵਿੱਚ, ਕੋਈ ਸੱਸ ਨਹੀਂ ਤਾਰੀਫ ਕਰਦੀ ਨੂੰਹ ਦੀ। ਬੇਟੀ ਡਾਕਟਰ ਸਾਹਿਬ ਦੀ ਹੈ ਜੀ, ਡਾਕਟਰ ਸੁਰਦੀਪ ਦੀ ਰੀਤ ਪੁੱਤ ਕਿੱਦਾਂ? ਮੈਂ ਠੀਕ ਆ। ਠੀਕ ਹੋ? ਤੇ ਪਾਪਾ ਨੂੰ ਗੁੱਸਾ ਆਉਂਦਾ ਕਦੇ? ਨਹੀਂ ਹੁੰਦਾ? ਵੈਰੀ ਗੁੱਡ। ਤੁਸੀਂ ਕੀ ਕਰਦੇ ਹੋ, ਕਿਹੜੀ ਕਲਾਸ 'ਚ? ਮੈਂ 4th ਸਟੈਂਡਰਡ ਦੇ ਵਿੱਚ ਆ। ਫਸਟ ਸਟੈਂਡਰਡ? 4th, ਵੈਰੀ ਗੁੱਡ। ਤੇ ਤੁਸੀਂ ਫਿਰ ਕੀ ਕਰਨਾ ਵੱਡੇ ਹੋ ਕੇ? ਤੁਸੀਂ ਕਿਹੜੇ ਪਾਸੇ ਜਾਣਾ, ਡਾਕਟਰੀ ਵਾਲੇ ਪਾਸੇ ਜਾਂ ਪਾਪਾ ਵਾਂਗੂ ਜਾਂ ਹੋਰ ਕੁਛ? ਮੈਂ ਡੈਂਟਿਸਟ ਬਣਨਾ, ਡੈਡੀ ਡੈਂਟਿਸਟ ਹੀ ਬਣਨਾ। ਵੈਰੀ ਗੁੱਡ, ਵੈਰੀ ਗੁੱਡ, ਆਲ ਦਾ ਬੈਸਟ। ਹਾਂਜੀ, ਥੈਂਕ ਯੂ ਬੇਟਾ। ਤੇ ਨਾਲ ਜੀ ਮੈਂ ਇੱਕ ਸਾਡੇ ਦਰਸ਼ਕ ਜਿਹੜੇ ਹੁਣ ਪੂਰੀ ਦੁਨੀਆ 'ਚ ਪ੍ਰੋਗਰਾਮ ਦੇਖਣਗੇ ਜੀ, ਆਸਟ੍ਰੇਲੀਆ ਨਿਊਜ਼ੀਲੈਂਡ ਵੀ, ਉਹਨਾਂ ਨੂੰ ਇੱਕ ਗੱਲ ਦੀ ਇੱਛਾ ਹੁੰਦੀ ਹੈ ਵੀ ਇਹਨਾਂ ਦਾ ਬੈਕਗਰਾਉਂਡ ਪੁੱਛੀ ਜਾਵੇ, ਫਿਰ ਅਗਲੇ ਖੁਸ਼ ਹੋ ਜਾਂਦੇ ਵੀ ਆਹ ਤਾਂ ਸਾਡੇ ਪਿੰਡਾਂ ਦੇ, ਸਾਡੇ ਏਰੀਏ ਦੇ ਆ। ਤੁਸੀਂ ਵੀ ਦੱਸੋ ਜੀ ਤੁਹਾਡੀ ਬੈਕਗਰਾਉਂਡ ਕਿੱਥੇ ਹੈ, ਪਿੰਡੋਂ ਕਿਹੜਾ ਹੈਗਾ ਤੇ ਕਿੱਦਾਂ ਹੈਗਾ? ਐਕਚੁਅਲੀ ਅਸੀਂ ਰਹੱਲੀ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈਗਾ, ਉਹਨੂੰ ਬਿਲੋਂਗ ਕਰਦੇ ਹਾਂ। ਤੇ ਮੈਂ 93 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਸੀ ਤਲਣ ਸਾਹਿਬ ਐਜ਼ ਲੈਕਚਰਰ, ਮੈਂ ਉੱਥੇ ਆਇਆ ਸੀ ਤੇ ਉੱਥੇ ਮੈਂ 23 ਈਅਰ ਜੌਬ ਕੀਤੀ, ਐਜ਼ ਪ੍ਰਿੰਸੀਪਲ ਰਿਟਾਇਰ ਹੋਇਆ।
ਉਹਦੀ ਵਜ੍ਹਾ ਨਾਲ ਇੱਧਰ ਮੂਵ ਹੋਏ ਜਲੰਧਰ, ਤੇ ਜਲੰਧਰ ਹੀ ਹੁਣ ਉਸ ਤੋਂ ਬਾਅਦ 93 ਤੋਂ ਬਾਅਦ ਰੈਜ਼ੀਡੈਂਸ ਜਿਹੜਾ ਉਹ ਜਲੰਧਰ ਹੀ ਬਣਾ ਲਿਆ ਤੇ ਉੱਥੇ ਹੀ ਰਹਿ ਰਹੇ ਹਾਂ। ਡਾਕਟਰ ਦੀ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਵੀ ਜਲੰਧਰ ਤੋਂ ਹੀ ਹੋਈ ਆ। ਸੋ ਲੌਂਗ ਟਾਈਮ ਜਿਹੜਾ ਹੁਣ ਜਿਹੜਾ ਬਤੀਤ ਕੀਤਾ ਅਸੀਂ ਜਲੰਧਰ ਦੇ ਵਿੱਚ ਹੀ ਬਤੀਤ ਕੀਤਾ ਹੈ। ਠੀਕ ਹੈ ਜੀ। ਤੇ ਇੱਧਰ ਵਧੀਆ ਲੱਗਦਾ ਜੀ ਇੱਧਰ? ਹਾਂਜੀ ਵਧੀਆ ਹੈ ਕੰਟਰੀ, ਪਰ ਆਪਣਾ ਵੀ ਕੰਟਰੀ ਵਧੀਆ ਹੈ। ਵੀ ਲਵ ਇੰਡੀਆ ਆਲਸੋ। ਤੇ ਇੱਧਰ ਜਿੱਦਾਂ ਵਿਆਹ ਵਿਊਹ 'ਚ ਇੰਡੀਆ ਵਾਲਾ ਹੁੰਦਾ ਜੀ, ਮੈਨੂੰ ਲੱਗਦਾ ਇੰਡੀਆ ਨਾਲੋਂ ਵਧੀਆ ਹੁੰਦੇ ਇੱਧਰ ਵਿਆਹ, ਜਾਗੋ ਜੁਗੋ। ਹਾਂਜੀ ਹਾਂਜੀ, ਲੇਡੀ ਸੰਗੀਤ 'ਚ ਬਹੁਤ ਮਜ਼ਾ ਆਉਂਦਾ ਇੱਧਰ। ਬਹੁਤ ਅਸੀਂ ਬਹੁਤ ਜ਼ਿਆਦਾ ਇੰਜੋਏ ਕਰੀਦਾ, ਹਰ ਫੰਕਸ਼ਨ ਇੰਜੋਏ ਕਰੀਦਾ। ਹਾਂਜੀ ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਥੈਂਕ ਯੂ ਤੁਹਾਡਾ। ਥੈਂਕ ਯੂ। ਲੈ ਵੀ ਬਿੱਕਰ ਬਾਦਸ਼ਾਹ, ਹੁਣ ਹੌਲੀ ਹੌਲੀ ਚੱਲੀਏ ਕਿਸੇ ਨਾਲ ਹੋਰ ਗੱਲਬਾਤ ਕਰਕੇ। ਉਹ ਥੋਟੀ ਓਏ, ਉਹ ਅਮਰੀਕਾ ਦੀ ਪੁਲਿਸ ਇੱਥੇ ਕਿਤੇ ਮੇਰੇ ਪਿੱਛੇ ਤਾਂ ਨਹੀਂ ਆ ਗਈ? ਕਿਤੇ ਕੋਈ ਪੰਗਾ ਤਾਂ ਨਹੀਂ ਪੈ ਗਿਆ? ਐਕਸਕਿਊਜ਼ ਮੀ, ਪੁਲਿਸ ਜਿਹੜੀ ਹੈ ਜੀ ਅਮਰੀਕਾ ਦੀ, ਇਹ ਇੱਥੇ ਕੀ ਕਰਦੀ ਹੈ ਜੀ? ਹਾਂਜੀ, ਇਹ ਸਾਡੇ ਗੈਸਟ ਨੇ। ਗੈਸਟ ਨੇ? ਹਾਂਜੀ। ਇਹ ਕੌਣ ਨੇ ਜੀ? ਇਹ ਸਾਡੇ ਸਰ ਦੇ ਬ੍ਰਦਰ ਇਨ ਲਾ ਨੇ, ਡਾਕਟਰ ਸੁਰਦੀਪ ਦੇ। ਹਾਂਜੀ। ਇਹ ਮਾੜੇ ਜਿਹਾ ਕਲੀਅਰ ਕਰ ਦਿਓ ਜੀ, ਬ੍ਰਦਰ ਇਨ ਲਾ ਕਿਹੜੇ ਪਾਸੇ, ਜੀਜਾ ਸਾਹਿਬ ਨੇ ਕਿ ਸਾਲਾ ਸਾਹਿਬ ਨੇ? ਕਈ ਵਾਰੀ ਭੁਲੇਖਾ ਪੈ ਜਾਂਦਾ। ਨਹੀਂ, ਸਾਲਾ ਸਾਹਿਬ ਨੇ, ਡਾਕਟਰ ਸਾਹਿਬ ਦੇ। ਹਾਂਜੀ ਮਤਲਬ ਠੀਕ ਹੈ ਪੁਲਿਸ? ਹਾਂਜੀ ਹਾਂਜੀ ਹਾਂਜੀ, ਆਪਣੇ ਗੈਸਟ ਆ। ਥੈਂਕ ਯੂ। नो। हेलो सर, पुलिस को पुलिस मिले कर कर लंबे हाथ। सत श्री अकाल जी। ਸਤਿ ਸ਼੍ਰੀ ਅਕਾਲ ਜੀ। ਇਹ ਕੀ ਨਾਮ ਤੁਹਾਡਾ ਭਾਜੀ? ਮੇਰਾ ਨਾਮ ਹੈਗਾ ਸੁਖਬੀਰ ਚੌਹਾਨ। ਸੁਖਵੀਰ ਚੌਹਾਨ। ਚੌਹਾਨ ਸਾਹਿਬ, ਮੈਂ ਕਹਿੰਦਾ ਮਜ਼ਾ ਆ ਗਿਆ ਜੀ ਦੇਖ ਕੇ। ਮੈਂ ਤਾਂ ਪਹਿਲਾਂ ਡਰ ਗਿਆ ਸੀ, ਮੈਂ ਕਿਹਾ ਕਿਤੇ ਕੋਈ ਮੇਰੇ ਕੋਲ ਨਾ ਗਲਤ ਕੰਮ ਹੋ ਗਿਆ ਹੋਵੇ। ਨਹੀਂ ਨਹੀਂ, ਆਪਣੀ ਘਰ ਦੀ ਗੱਲ ਹੈ, ਡਰ ਹੋਣਾ। ਇਹ ਤੁਸੀਂ ਇੱਥੇ ਪੁਲਿਸ ਦੇ ਵਿੱਚ ਫਿਰ ਕਿੱਦਾਂ ਭਰਤੀ ਹੁੰਦੇ? ਸੌਖਾ ਹੁੰਦਾ ਕੰਮ? ਸੌਖਾ ਤਾਂ ਕੋਈ ਕੰਮ ਨਹੀਂ ਹੁੰਦਾ, ਜੇ ਬੰਦਾ ਦਿਲ ਲੱਗਿਆ ਹੋਵੇ ਫਿਰ ਸੋ ਮਰਜ਼ੀ ਹੋ ਜਾਂਦਾ। ਅੱਛਾ, ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਪੁਲਿਸ ਦੇ? ਮੈਨੂੰ ਹੋ ਗਿਆ 7 ਸਾਲ ਤੋਂ ਉੱਤੇ ਹੋ ਗਿਆ। ਤੇ ਵਧੀਆ ਜੀ ਜੌਬ ਲੱਗਦੀ? ਬਹੁਤ ਵਧੀਆ ਜੋਬ ਆ। ਨਹੀਂ, ਮੈਂ ਹੋ ਸਕਦਾ ਜੀ ਭਰਤੀ ਇੱਧਰਲੀ ਪੁਲਿਸ 'ਚ? ਹੋ ਜਾਓ ਜੀ, ਅਮਰੀਕਾ ਜੋ ਸਮਾਜੀ ਕਰ ਸਕਦੇ ਆ। ਅੱਛਾ, ਵਾਹ ਜੀ, ਥੈਂਕ ਯੂ ਜੀ ਭਾਜੀ, ਥੈਂਕ ਯੂ ਜੀ। ਇੱਕ ਡਾਕਟਰ ਸਾਹਿਬ, ਸਾਡੇ ਪੰਜਾਬੀਆਂ ਨੂੰ ਇਹ ਆਦਤ ਆ ਜੀ, ਮੈਂ ਮਤਲਬ ਕਿ ਹੁਣ ਸਾਡੇ ਇੰਗਲੈਂਡ ਦਾ ਇੱਕ ਮੁੰਡਾ ਗਿਆ, ਮੈਂ ਫੋਨ ਕੀਤਾ ਕਿੱਥੇ, ਕਹਿੰਦਾ ਇੰਡੀਆ। ਮੈਂ ਕੀ ਕਰਨਾ ਹੈ? ਕਹਿੰਦਾ ਦੰਦ ਜੇ ਠੀਕ ਕਰਾਉਣਾ। ਤੇ ਇੰਡੀਆ ਚੱਲ ਜਾਂਦੇ ਜੀ ਦੰਦ ਠੀਕ ਕਰਾਉਣ, ਸਸਤੇ ਪੈਂਦੇ ਹੋਣੇ, ਟਿਕਟ ਵੀ ਮੇਰੇ ਖਿਆਲ ਪਾ ਕੇ ਵੀ ਸਸਤੇ ਪੈ ਜਾਂਦੇ ਆ। ਪਰ ਮੁੜ ਕੇ ਇੱਧਰ ਜਦੋਂ ਆਉਂਦੇ ਆ ਤਾਂ ਫੇਰ ਪੰਗਾ ਪੈਂਦਾ, ਫੇਰ ਟਿਕਟ ਲਾ ਕੇ ਫੇਰ ਉੱਧਰ ਜਾਂਦੇ ਨੇ, ਉਹ ਉਦੋਂ ਵੱਧ ਖਰਚਾ ਕਰ ਲੈਂਦੇ ਨੇ। ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉੱਧਰ ਵਾਕਈ ਸਸਤਾ ਕਰਕੇ ਜਾਂਦੇ ਨੇ? ਸਸਤਾ ਦੇਖਣਾ ਚਾਹੀਦਾ ਜਾਂ ਇੱਧਰਲਾ ਕੰਮ ਇੱਧਰ ਕਰਨਾ ਚਾਹੀਦਾ? ਦੇਖੋ ਜੀ, ਇੰਡੀਆ ਦੇ ਵਿੱਚ ਜਿਹੜੀ ਮੈਡੀਕਲ ਔਰ ਡੈਂਟਲ ਸਾਇੰਸ ਉਹ ਬਹੁਤ ਐਡਵਾਂਸ ਆ, ਉਹਦਾ ਕੋਈ ਮੁਕਾਬਲਾ ਨਹੀਂ ਹੈ। ਇੰਡੀਆ ਦੇ ਡਾਕਟਰਸ ਆ, ਅਸੀਂ ਖੁਦ ਉਹਨਾਂ ਤੋਂ ਪੜ੍ਹ ਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ। ਉਹ ਸਾਡੇ ਗੁਰੂ ਆ, ਉਹਨੇ ਸਾਨੂੰ ਸਿਖਾਇਆ। ਅਸੀਂ ਜੋ ਇੱਥੇ ਅੱਜ ਪਰਫਾਰਮ ਕਰ ਰਹੇ ਹਾਂ, ਕਿਤੇ ਨਾ ਕਿਤੇ ਜਾਂ ਬਹੁਤ ਵੱਡਾ ਹੱਥ ਹੈ ਉਹਨਾਂ ਦਾ ਸਾਡੀ ਅੱਜ ਦੀ ਜਿੱਥੇ ਅਸੀਂ ਤੱਕ ਪਹੁੰਚੇ ਹਾਂ, ਜਿੱਥੇ ਹੋਰ ਅੱਗੇ ਤੱਕ ਪਹੁੰਚਣਾ। ਬੇਸਿਕ ਰੂਟਸ ਅਸੀਂ ਉਹਨਾਂ ਤੋਂ ਹੀ ਲਈਆਂ। ਪਰ ਜਿਹੜਾ ਟ੍ਰੀਟਮੈਂਟ ਇੱਥੋਂ ਜਾ ਕੇ ਆਪਾਂ ਇੰਡੀਆ ਵਿੱਚ ਕਰਵਾਉਂਦੇ ਹਾਂ, ਉਹਦੇ ਵਿੱਚ ਜਿਹੜੀ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਲੈਂਦੇ। ਜਿੱਦਾਂ ਮੇਰੇ ਕੋਲ ਕੁਝ ਕੇਸਿਸ ਆਉਂਦੇ ਆ ਜਿਹੜੇ ਕਿ ਸਪੈਸ਼ਲੀ ਇੰਪਲਾਂਟਸ ਹੋ ਗਏ ਜਾਂ ਕੋਈ ਮੇਜਰ ਬ੍ਰਿਜ ਵਰਕ ਹੋ ਗਿਆ, ਉਹ ਆਪਾਂ ਇੰਡੀਆ ਤੋਂ ਕਰਵਾ ਕੇ ਆਉਂਦੇ ਆ। ਉਹਦੇ ਵਿੱਚ ਕੀ ਹੁੰਦਾ ਆ, ਉਹ ਪੋਸਟ ਆਪਰੇਟਿਵ ਕੇਅਰ ਜਿਹੜਾ ਬਹੁਤ ਜ਼ਰੂਰੀ ਮੰਗਦੇ ਇਹ ਪ੍ਰੋਸੀਜਰ। ਤੇ ਜੇ ਆਪਾਂ ਉਹ ਕੇਅਰ ਨਹੀਂ ਕਰਾਂਗੇ, ਉਹਦੇ ਵਿੱਚ ਡਾਕਟਰਸ ਦਾ ਕੋਈ ਫਾਲਟ ਨਹੀਂ। ਇੰਡੀਆ ਦੇ ਵਿੱਚ ਬੈਠੇ ਡਾਕਟਰਸ ਨੇ ਬੜਾ ਵਧੀਆ ਟ੍ਰੀਟਮੈਂਟ ਕੀਤਾ ਹੁੰਦਾ ਆ, ਪਰ ਇੱਥੇ ਆ ਕੇ ਅਸੀਂ ਉਹ ਪ੍ਰੋਪਰ ਕੇਅਰ ਨਹੀਂ ਕਰ ਪਾਉਂਦੇ। ਤੁਸੀਂ ਦੁਬਾਰਾ ਇੱਥੇ ਕਿਸੇ ਪਲੇਸ ਕੋ ਜਾਓਗੇ, ਉਹਨਾਂ ਨੇ ਕਹਿਣਾ ਅਸੀਂ ਨਹੀਂ ਕੀਤਾ। ਇੱਥੇ USA ਦੇ ਵਿੱਚ ਜੇ ਤੁਸੀਂ ਕੰਮ ਨਹੀਂ ਕੀਤਾ, ਮੋਸਟ ਆਫ ਦਾ ਪਲੇਸਿਸ ਉਹ ਜਲਦੀ ਹੱਥ ਪਾਉਣ ਤੋਂ ਵੀ ਥੋੜ੍ਹਾ ਡਰਦੀਆਂ। ਲਾਇਬਿਲਟੀ ਇਸ਼ੂਜ਼ ਆ ਜਾਂਦੇ ਆ, ਕਾਫੀ ਇਸ਼ੂਜ਼ ਆ। ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਆ ਕਿ ਜੇ ਆਪਾਂ ਪੋਸਟ ਆਪਰੇਟਿਵ ਕੇਅਰ ਨਹੀਂ ਕਰਦੇ ਉਸ ਟ੍ਰੀਟਮੈਂਟ ਦੀ, ਫਿਰ ਟ੍ਰੀਟਮੈਂਟ ਦੇ ਫੇਲ ਹੋਣ ਦੇ ਚਾਂਸਸ ਜ਼ਿਆਦਾ ਬਣ ਜਾਂਦੇ ਆ। ਉਹਨੂੰ ਉਸ ਤਰ੍ਹਾਂ ਦਾ ਰਿਸਕ ਜਿਹੜਾ ਅਵੋਇਡ ਕਰਨ ਵਾਸਤੇ ਜਾਂ ਤਾਂ ਆਪਾਂ ਫਰੀਕੁਐਂਟਲੀ ਵਿਜ਼ਿਟ ਕਰ ਰਹੇ ਹਾਂ ਇੰਡੀਆ, ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਕੋਈ ਦਿੱਕਤ ਨਹੀਂ। ਪਰ ਜੇ ਆਪਾਂ ਸਿਰਫ ਟ੍ਰੀਟਮੈਂਟ ਲੈਣ ਵਾਸਤੇ ਜਾ ਰਹੇ ਹਾਂ, ਮੁੜ ਕੇ 3-4 5 ਸਾਲ ਸਾਡਾ ਨਹੀਂ ਚੱਕਰ ਲੱਗਣਾ, ਦੈਨ ਇਟਸ ਵੈਰੀ ਰਿਸਕੀ। ਤੁਹਾਡੀ ਇਨਵੈਸਟਮੈਂਟ ਔਨ ਰਿਸਕ ਆ, ਤੁਹਾਡਾ ਟ੍ਰੀਟਮੈਂਟ, ਤੁਹਾਡੀ ਹੈਲਥ ਔਨ ਰਿਸਕ ਆ, ਅਤੇ ਉਹ ਫਿਰ ਕਿਸੇ ਟਾਈਮ ਵੀ ਖਰਾਬ ਹੋ ਸਕਦਾ। ਅਤੇ ਜੇ ਇੱਥੇ ਆਪਾਂ ਉਹਨਾਂ ਨੂੰ ਕਰੈਕਟ ਕਰਨਾ ਪੈਂਦਾ ਆ, ਦੈਨ ਵੀ ਈਵਨ ਹੈਵ ਟੂ ਸਪੈਂਡ ਮੋਰ ਜੋ ਆਪਾਂ ਪਹਿਲਾਂ ਖਰਚ ਕੀਤਾ ਜਾਂ ਪਹਿਲਾਂ। ਹਾਂਜੀ। ਤੇ ਮੈਂ ਹੁਣ ਸਾਡੇ ਜਿਹੜੇ ਦਰਸ਼ਕ ਦੇਖਦੇ ਨੇ ਘਰਾਂ 'ਚ, ਉਹਨਾਂ ਵਾਸਤੇ ਇੱਕ ਡਾਕਟਰ ਸਾਹਿਬ ਕੋਲ ਟਿਪ ਲੈਣ ਲੱਗਾ, ਧਿਆਨ ਨਾਲ ਸੁਣ ਲਿਓ। ਤੇ ਡਾਕਟਰ ਸਾਹਿਬ, ਜੇ ਮਤਲਬ ਕਿ ਇੱਥੋਂ ਤੱਕ ਨੌਬਤ ਆਵੇ ਹੀ ਨਾ ਦੰਦਾਂ ਨੂੰ, ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਧਿਆਨ ਕਿਵੇਂ ਰੱਖਣਾ ਚਾਹੀਦਾ? ਦੰਦ ਠੀਕ ਨੇ ਮਤਲਬ, ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਉਹਨਾਂ ਨੂੰ ਉੱਥੋਂ ਤੱਕ ਨੌਬਤ ਨਾ ਆਵੇ ਨਵੇਂ ਲਵਾਉਣ ਤੱਕ? ਦੇਖੋ ਜੀ, ਇਹ ਬੜੀ ਨਾਰਮਲ ਔਰ ਇੱਕ ਬੜੀ ਕਾਮਨ ਸੇਇੰਗ ਹੈ, ਕਹਿੰਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਵੀ ਆਲਸੋ ਪ੍ਰਮੋਟ ਪ੍ਰੀਵੈਂਟਿਵ ਡੈਂਟਿਸਟਰੀ। ਪ੍ਰੀਵੈਂਟਿਵ ਡੈਂਟਿਸਟਰੀ ਦੇ ਵਿੱਚ ਕੀ ਆਉਂਦਾ ਆ, ਆਪਾਂ ਨੂੰ ਅਵੇਅਰ ਹੋਣਾ ਚਾਹੀਦਾ ਆ।
ਐਵਰੀ 6 ਮੰਥ ਜਿਹੜਾ ਡੈਂਟਲ ਚੈੱਕਅਪ ਬਹੁਤ ਜ਼ਰੂਰੀ ਆ। ਡੈਂਟਲ ਹੈਲਥ ਜਿਹੜੀ ਆ ਵੀ ਸਿੰਪਲੀ ਕਾਲ ਇਟ ਓਰਲ ਹੈਲਥ ਇਜ਼ ਦ ਫਸਟ, ਇਟਸ ਅ ਗੇਟਵੇ ਟੂ ਦ ਓਵਰਆਲ ਹੈਲਥ ਆਫ ਦ ਬਾਡੀ। ਜੇ ਆਪਣੀ ਓਰਲ ਹੈਲਥ ਸਟੇਬਲ ਨਹੀਂ ਹੋਏਗੀ ਤਾਂ ਆਪਾਂ ਪੂਰੀ ਬਾਡੀ ਨੂੰ ਸਟੇਬਲ ਕਦੇ ਵੀ ਨਹੀਂ ਕਰ ਪਾਵਾਂਗੇ। ਸੋ ਜਿਹੜਾ 6 ਮੰਥ ਪੀਰੀਓਡਿਕ ਚੈੱਕਅਪਸ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਡੈਂਟਿਸਟਰੀ ਐਕਸਪੈਂਸਿਵ ਨਹੀਂ ਹੈਗੀ, ਪਰ ਜਿਹੜੀ ਇਹਦੀ ਨਿਗਲੈਕਟ ਆ ਉਹ ਜ਼ਰੂਰ ਐਕਸਪੈਂਸਿਵ ਆ। ਜੇ ਆਪਾਂ ਇੱਕ ਛੋਟੀ ਜਿਹੀ ਕੈਵਿਟੀ ਨੂੰ ਸ਼ੁਰੂ ਦੇ ਵਿੱਚ ਹੀ ਫਿਲ ਅਪ ਕਰਕੇ ਉਹਨੂੰ ਫਿਕਸ ਕਰ ਲੈਂਦੇ ਆ ਤੇ ਉਹ ਕਦੇ ਵੀ ਰੂਟ ਕਨਾਲ ਤੱਕ ਨੌਬਤ ਨਹੀਂ ਆਏਗੀ, ਕਦੇ ਵੀ ਦੰਦ ਨੂੰ ਕੱਢਣ ਤੱਕ ਨੌਬਤ ਨਹੀਂ ਆਏਗੀ, ਕਦੇ ਵੀ ਦੰਦ ਨੂੰ ਅੱਗੇ ਇੰਪਲਾਂਟ ਜਾਂ ਕੋਈ ਹੋਰ ਵੱਡਾ ਟ੍ਰੀਟਮੈਂਟ ਲੈਣ ਦੀ ਨੌਬਤ ਨਹੀਂ ਆਏਗੀ। ਔਰ ਉਹ ਫਿਕਸ ਔਰ ਇੱਕ ਗੁੱਡ ਐਂਡ ਬੈਡ ਥਿੰਗ ਇਨ ਡੈਂਟਿਸਟਰੀ ਇਜ਼ ਕਿ ਨਥਿੰਗ ਹੈਪਨਸ ਓਵਰਨਾਈਟ। ਚੀਜ਼ਾਂ ਜਿਹੜੀਆਂ ਜੋ ਵੀ ਜੇ ਕੋਈ ਛੋਟੀ ਕੈਵਿਟੀ ਆ ਉਹਨੂੰ ਰੂਟ ਕਨਾਲ ਦੇ ਵਿੱਚ ਜਾਂ ਕਿਸੇ ਵੱਡੇ ਡੈਮੇਜ ਵਿੱਚ ਕਨਵਰਟ ਹੋਣ ਨੂੰ ਕਈ ਵਾਰ ਮਹੀਨੇ ਔਰ ਈਵਨ ਸਾਲ ਵੀ ਲੱਗ ਜਾਂਦੇ ਆ। ਸੋ ਜੇ ਆਪਾਂ ਰੈਗੂਲਰ ਚੈੱਕਅਪ ਰੱਖਾਂਗੇ ਹਰ 6 ਮਹੀਨੇ, ਜੋ ਇੱਕ ADA ਜਾਂ ਈਵਨ ਵਰਲਡ ਵਾਈਡ ਐਵਰੀ ਡੈਂਟਲ ਆਰਗੇਨਾਈਜੇਸ਼ਨ ਦੀ ਜਿਹੜੀ ਰੈਕਮੈਂਡੇਸ਼ਨ ਆ ਕਿ ਹਰ 6 ਮਹੀਨੇ ਦੇ ਵਿੱਚ ਸਾਨੂੰ ਡੈਂਟਲ ਚੈੱਕਅਪ ਜਿਹੜੇ ਕਰਵਾਉਣੇ ਚਾਹੀਦੇ ਆ, ਜੇ ਆਪਾਂ ਉਹ ਕਰਵਾਉਂਦੇ ਰਹੀਏ ਤਾਂ ਆਪਾਂ ਨੂੰ ਕਦੇ ਵੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਬਾਕੀ ਜਿਹੜੀ ਸਿੰਪਲ ਆ ਆਪਾਂ ਜੋ ਘਰ ਦੇ ਵਿੱਚ ਕੇਅਰ ਕਰਨੀ ਆ 2 times or 3 times brushing and flossing, nothing can compete that. ਉਹ ਜੀ ਦੇਖਿਆ ਸਾਡੇ ਦਰਸ਼ਕਾਂ ਨੇ ਸਾਰਾ ਬੜਾ ਵਧੀਆ ਮਾਹੌਲ ਡਾਕਟਰ ਸਾਹਿਬ ਦਾ ਇੱਥੇ ਕਲੋਜ਼ ਫੈਮਿਲੀ ਡੈਂਟਿਸਟਰੀ ਜਿਹੜੀ ਸੀ ਉੱਥੋਂ ਦਿਖਾਇਆ ਪ੍ਰੋਗਰਾਮ। ਤੇ ਨਾਲ ਹੁਣ ਸਾਡੇ ਨੇ ਜੀ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਸਾਹਿਬ ਦੇ ਹਾਈ ਕਮਾਂਡ ਇਹਨਾਂ ਦੀ ਵਾਈਫ ਰਾਣੀ ਜੀ ਤੁਸੀਂ ਮੈਨੂੰ ਪਤਾ ਲੱਗਾ ਕਲੀਨਿਕ ਵੀ ਸਾਰਾ ਮੈਨੇਜ ਕਰਦੇ ਹੋ ਤੇ ਡਾਕਟਰ ਸਾਹਿਬ ਨੂੰ ਵੀ ਮੈਨੇਜ ਕਰਦੇ ਹੋ, ਤੇ ਦੋਨੋਂ 'ਚੋਂ ਮੈਨੇਜ ਕਰਨਾ ਔਖਾ ਕੀ ਲੱਗਦਾ ਜੀ ਕਿ ਦੋਨੋਂ ਠੀਕ ਹੈ? ਦੋਨੇ ਠੀਕ ਆ, ਦੋਨੇ ਠੀਕ। ਡਾਕਟਰ ਸਾਹਿਬ ਦਾ ਸੁਭਾਅ ਠੀਕ ਹੈ ਜੀ, ਗੁੱਸਾ ਕਸਾ ਨਹੀਂ ਆਉਂਦਾ? ਨਹੀਂ, ਵੈਰੀ ਗੁੱਡ। ਹਾਂਜੀ, ਤੇ ਅੱਜ ਵਧਾਈਆਂ ਬਹੁਤ ਜੀ ਤੁਹਾਨੂੰ, ਅੱਜ ਬੜਾ ਵਧੀਆ ਮਾਹੌਲ ਇੱਥੇ ਸੀਗਾ ਦੇਖਿਆ। ਤੇ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਘਰਾਂ 'ਚ ਬੈਠੇ ਦਰਸ਼ਕ ਆ ਉਹਨਾਂ ਨੂੰ ਕੋਈ ਟਿਪ ਦੇਣਾ ਚਾਹੁੰਦੇ ਡਾਕਟਰ ਸਾਹਿਬ ਵੱਲੋਂ? actually I just want to say thank you to everybody who is here. Yes, Thank you. Thank you for everybody's support. Yes. ਡਾਕਟਰ ਸਾਹਿਬ ਤੁਸੀਂ ਵੀ ਜੀ ਬਹੁਤ ਤੁਹਾਡਾ ਧੰਨਵਾਦ ਜੀ, ਬੜਾ ਵਧੀਆ ਲੱਗਿਆ ਇੱਥੇ ਆ ਕੇ। ਤੇ ਇੱਥੇ ਕਾਫੀ ਰੌਣਕ ਲੱਗੀ ਸੀ, ਬਹੁਤ ਡਾਕਟਰ ਸਾਹਿਬ ਵੀ ਆਏ ਸੀ, ਬਾਕੀ ਵੀ ਆਏ ਸੀਗੇ। ਤੇ ਤੁਸੀਂ ਕਰੋ ਜੀ ਥੈਂਕ ਯੂ ਸਭ ਦਾ। ਮੈਂ ਡੈਫੀਨਿਟਲੀ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਕਿ ਇਹ ਜੋ ਵੀ ਆਪਣੇ ਅੱਜ ਤੁਸੀਂ ਸਾਰੇ ਰਲ ਕੇ ਸਾਡੀ ਇੱਕ ਕਾਮਯਾਬੀ ਦੇ ਵਿੱਚ ਸ਼ਾਮਿਲ ਹੋਏ ਆ, ਇਟ ਮੀਨਸ ਅ ਲਾਟ ਫॉर ਅਸ। ਕਮਿਊਨਿਟੀ ਦੇ ਵਿੱਚੋਂ ਸਾਨੂੰ ਬਹੁਤ ਸਪੋਰਟ ਮਿਲ ਰਹੀ ਆ। ਸਾਨੂੰ ਅੱਜ ਪੂਰਾ 1 ਸਾਲ ਹੋ ਗਿਆ ਇੱਥੇ ਕਲੋਵਿਸ ਫੈਮਿਲੀ ਡੈਂਟਿਸਟਰੀ ਨੂੰ ਓਵਰਟੇਕ ਕੀਤੇ ਹੋਏ। ਸਾਡੇ ਕੋਲ ਤਕਰੀਬਨ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆ ਜਿਨ੍ਹਾਂ ਨੇ ਅੱਜ ਸਾਨੂੰ ਆ ਕੇ ਸਾਨੂੰ ਸਪੋਰਟ ਕੀਤਾ। ਨਾਟ ਓਨਲੀ ਟੁਡੇ, ਈਵਨ ਇਨ ਦ ਪਾਸਟ ਸਾਡਾ ਆਫਿਸ ਜਿਹੜਾ ਨੋਮੀਨੇਟ ਹੋਇਆ ਸੀਗਾ ਫ੍ਰੈਜ਼ਨੋ ਬੀ, ਜੋ ਇੱਕ ਨਿਊਜ਼ਪੇਪਰ ਹੈ ਲੋਕਲ ਸਾਡਾ, ਉਹ ਬੈਸਟ ਆਫ ਸੈਂਟਰਲ ਕੈਲੀਫੋਰਨੀਆ ਦੀ ਵੋਟਿੰਗ ਕਰਵਾਉਂਦੇ ਆ ਪਬਲਿਕਲੀ। 4 ਕਾਊਂਟੀਜ਼ ਦੇ ਵਿੱਚ ਵੋਟਿੰਗ ਹੋਈ ਸੀ ਜਿਹਨਾਂ ਵਿੱਚੋਂ ਸਾਡਾ ਆਫਿਸ ਜੋ ਹੈ we got 2 awards. One was the best dentist in the Central California and the second one was the best cosmetic dentist in the Central California. So ਆਪਣੇ ਪੇਸ਼ੈਂਟਸ ਨੇ, ਕਮਿਊਨਿਟੀ ਨੇ ਸਾਨੂੰ ਬਹੁਤ ਵੱਡਾ ਇੱਕ ਸਪੋਰਟ ਦਿੱਤੀ ਹੋਈ ਹੈ ਔਰ ਬਹੁਤ ਸਾਨੂੰ ਅੱਜ ਤੱਕ ਉਹਨਾਂ ਨੇ ਸਾਡੇ ਟਰੀਟਮੈਂਟਸ ਨੂੰ ਸਾਡੀ ਟੀਮ ਨੂੰ ਐਕਸੈਪਟ ਕੀਤਾ, ਨਿਊ ਟੀਮ ਨੂੰ ਪੂਰੀ ਤਰ੍ਹਾਂ ਐਕਸੈਪਟ ਕੀਤਾ। ਸੋ ਮੈਂ ਆਮ ਵੈਰੀ ਥੈਂਕਫੁਲ ਟੂ ਆਲ ਦੀ ਪੇਸ਼ੈਂਟਸ, ਆਲ ਦ ਕਮਿਊਨਿਟੀ ਮੈਂਬਰਸ। ਅਤੇ ਮੈਂ ਜਸਟ ਮੀਡੀਆ ਦਾ ਵੀ ਬਹੁਤ ਥੈਂਕਫੁਲ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਅੱਜ ਸਾਡੇ ਇਸ ਇਵੈਂਟ ਨੂੰ ਕਵਰੇਜ ਦਿੱਤੀ ਆ। ਮੈਂ ਬਹੁਤ ਥੈਂਕਫੁਲ ਹਾਂ ਜੱਗੀ ਜੀ ਦਾ ਔਰ ਭਾਜੀ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਸਾਨੂੰ ਸਪੋਰਟ ਕੀਤਾ ਅਤੇ ਸਾਡੇ ਇੱਕ ਛੋਟੇ ਜਿਹੇ ਪ੍ਰੋਗਰਾਮ ਨੂੰ ਪੂਰੀ ਵਰਲਡ ਦੇ ਸਾਹਮਣੇ ਪ੍ਰੈਜ਼ੈਂਟ ਕਰਨ ਦਾ ਜੋ ਉਹਨਾਂ ਦਾ ਇੱਕ ਐਫਰਟ ਆ, ਅਸੀਂ ਬਹੁਤ ਥੈਂਕਫੁਲ ਉਹਨਾਂ ਦੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਰਿਲੇਸ਼ਨ ਨੂੰ ਬੜਾ ਕੰਟੀਨਿਊ ਰੱਖਾਂਗੇ ਅਤੇ ਜੋ ਵੀ ਅਸੀਂ ਇੱਕ ਛੋਟੀ ਜਿਹੀ ਛੱਤ ਦੇ ਥੱਲੇ ਜੋ ਅਸੀਂ ਉਪਰਾਲੇ ਕਰ ਰਹੇ ਹਾਂ ਇੱਕ ਕਮਿਊਨਿਟੀ ਵਾਸਤੇ, ਉਹਨਾਂ ਦੇ ਓਰਲ ਹੈਲਥ ਵਾਸਤੇ, ਉਹਨਾਂ ਡੈਂਟਲ ਹੈਲਥ ਵਾਸਤੇ, ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਸਾਨੂੰ ਬਹੁਤ ਯੋਗਦਾਨ ਰਹੇਗਾ ਜਸ ਮੀਡੀਆ ਦਾ। ਮੈਂ ਬਹੁਤ ਥੈਂਕਫੁਲ ਹਾਂ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਲਾ ਵੀ ਬਿੱਕਰ ਸਿੰਘ ਬਹੁਤ ਵਧੀਆ ਕੰਮ ਹੋ ਗਿਆ। ਹੁਣ ਸਾਹਿਬ ਵਾਸਤੇ ਕੀ ਲੈ ਕੇ ਜਾਈਏ? ਓਹ ਸਾਹਿਬ ਵਾਸਤੇ ਕੀ, ਆਪਣੇ ਵਾਸਤੇ ਵੀ ਲੈ ਜਾਂਦੇ ਆ, ਬੜਾ ਵਧੀਆ ਨਜ਼ਾਰਾ। ਦੇਖਦਾ ਤਾਂ ਨਹੀਂ। ਲਾ ਬਈ ਬੱਕਰਾ ਚੱਲੀਏ, ਵੀ ਬੜਾ ਵਧੀਆ ਨਜ਼ਾਰਾ ਆ ਗਿਆ ਅੱਜ ਤਾਂ। ਓਏ ਹੋਏ ਹੁਣ ਕੋਈ ਦੇਖ ਨਾ ਲਵੇ ਵੀ ਪੁਲਿਸ ਦਾ ਇਹ ਕੰਮ ਹੈ। ਚਲੋ ਗੱਡੀ 'ਚ।